बोले सोने हाल सासरी अकाल। वाहिगुरु साहिब जीओ, जिन्ना सास गिरास ना विसरै, हर नामा मन मंत। धन से नानका पूरन सोई संत। मन साचा मुख साचा सोए, अवर ना पेखै एक सुबिन कोए। नानक एह लक्षण ब्रह्म ज्ञानी होए। गुरता गद्दी ते विराजमान दीन दुनिया दे पातशाह, दसां पातशाहियां दे स्वरूप, लोक परलोक दे रखियक, धन धन श्री गुरु ग्रंथ साहिब जी महाराज सच्चे पातशाह जी, आप जी दे चरनां विच सुभाएमान समूह साध संगत गुरु खालसा जी, सारे गज वज के फतेह बुलाओ। वाहिगुरु जी का खालसा, वाहिगुरु जी की फतेह। आप जी नौवें पातशाह दे चरण छू अस्थान ते दमदमी टकसाल दे जो जथा है, विद्यालय है, इस स्थान ते आप जी महापुरुष संत बाबा ठाकुर सिंह जी उन्हां दी सालाना याद मना रहे हो। कल नूं ਸਾਹਿਬ ਕਲਗੀਧਰ ਪਾਤਸ਼ਾਹ ਜਿਹਦੇ ਪ੍ਰਕਾਸ਼ ਦੇ ਸੰਬੰਧ ਦੇ ਵਿੱਚ ਦੀਵਾਨ ਸਜਣੇ ਹਨ, ਸੋ ਕੁਝ ਮਿੰਟਾਂ ਵਾਸਤੇ, ਕੁਝ ਸਮੇਂ ਵਾਸਤੇ ਆਪ ਜੀ ਦੇ ਨਾਲ ਗੁਰੂ ਕੀ ਬਾਣੀ ਦੇ ਵਿੱਚ ਜੋ ਸਾਧੂ ਦਾ ਸਰੂਪ ਹੈ ਉਹ ਕਿਵੇਂ ਦਾ, ਇਹ ਬੜਾ ਮੁਸ਼ਕਲ ਪਤਾ ਲੱਗਦਾ, ਕਿਉਂਕਿ ਗੁਰਬਾਣੀ ਸਤਿਗੁਰੂ ਜੀ ਬਾਣੀ ਦੇ ਵਿੱਚ ਇੱਕ ਤਸਵੀਰ ਜਿਹੜੀ ਹੈ ਸਾਧੂ ਦੀ, ਉਹ ਬਾਣੀ ਵਿੱਚੋਂ ਪ੍ਰਗਟ ਹੁੰਦੀ ਹੈ। ਸਾਧੂ ਹਰ ਇੱਕ ਸਰੀਰ ਦੇ ਵਿੱਚ ਉਹ ਪਰਸਨੈਲਿਟੀ, ਉਹ ਸ਼ਖਸੀਅਤ ਮੌਜੂਦ ਹੈ, ਪਰ ਜੇ ਗੁਰੂ ਦੀ ਕਿਰਪਾ ਹੋਵੇ ਤੇ ਸ਼ਬਦ ਦੀ ਕਮਾਈ ਹੋਵੇ ਤੇ ਸਹਿਜੇ ਸਹਿਜੇ ਹੌਲੀ ਹੌਲੀ ਕਮਾਈ ਕਰਦਿਆਂ, ਨਾਮ ਦੇ ਧਨ ਦਾ ਵਪਾਰ ਕਰਦਿਆਂ, ਇੱਕ ਦਿਨ ਜਦੋਂ ਨਾਮ ਦਾ ਖਜ਼ਾਨਾ ਪ੍ਰਾਪਤ ਹੁੰਦਾ ਤੇ ਉਦੋਂ ਦਰਵੇਸ਼ ਬਣਦਾ, ਉਦੋਂ ਸਾਧੂ ਬਣਦਾ ਹੈ। ਬਾਬਾ ਠਾਕੁਰ ਸਿੰਘ ਜੀ ਇੱਕ ਐਸੀ ਸ਼ਖਸੀਅਤ ਹਨ ਜਿਹੜੇ ਬੋਲੇ ਬਹੁਤ ਘੱਟ ਹਨ ਤੇ ਉਹਨਾਂ ਨੇ ਚੁੱਪ ਕਰਕੇ ਬਹੁਤ ਸਾਰੇ ਅਰਥ ਕੀਤੇ ਹਨ। ਉਹਨਾਂ ਦੀ ਜ਼ਿੰਦਗੀ ਵਿੱਚੋਂ ਇੱਕ ਸਾਧੂ ਦੀ ਸੁਗੰਧੀ ਆਉਂਦੀ ਹੈ। ਤਿਆਗ ਵਾਲਾ ਜੀਵਨ, ਸੰਸਾਰ ਦੇ ਵਿੱਚ ਰਹਿਣਾ ਤੇ ਸੰਸਾਰ ਤੋਂ ਨਿਰਲੇਪ ਰਹਿਣਾ, ਆਪਣੇ ਆਪੇ ਦੇ ਵਿੱਚ ਸਦਾ ਅਕਾਲ ਪੁਰਖ ਦੀ ਯਾਦ ਨੂੰ ਸਮਾ ਕੇ ਰੱਖਣਾ, ਟਿਕਾ ਕੇ ਰੱਖਣਾ, ਇਹ ਨਿਸ਼ਾਨੀਆਂ ਸਾਧੂ ਦੀਆਂ ਬਾਣੀ ਦੇ ਵਿੱਚ ਦੱਸੀਆਂ ਹਨ। ਸਾਧ ਸੰਗਤ ਜੀ, ਇਸ ਸੰਸਾਰ ਦੇ ਵਿੱਚ ਜਿਵੇਂ ਪ੍ਰਮਾਤਮਾ ਨੇ 84 ਲੱਖ ਜੂਨਾਂ ਪੈਦਾ ਕੀਤੀਆਂ ਹਨ, ਉਹ 84 ਲੱਖ ਜੂਨਾਂ ਦੇ ਸਾਰੇ ਲੋਕ ਜਿਹੜੇ ਹਨ, ਉਹਨਾਂ ਦਾ ਸਾਰੇ ਤਰ੍ਹਾਂ ਦੇ ਜੀਵ ਹਨ, ਉਹਨਾਂ ਸਾਰਿਆਂ ਦਾ ਲੇਖਾ ਹੁੰਦਾ, ਉਹਨਾਂ ਦਾ ਹਿਸਾਬ ਕਿਤਾਬ ਧਰਮਰਾਜ ਕਰਦਾ ਹੈ। ਆਪ ਜੀ ਨੇ ਨਿਹੰਗ ਸਿੰਘਾਂ ਤੋਂ
ਗੁਰੂ ਕੇ ਪਿਆਰਿਆਂ ਤੋਂ ਇਸ ਬਾਰੇ ਹੋਰ ਕਈ ਵਿਚਾਰਾਂ ਕਥਾ ਦੇ ਵਿੱਚ ਸਰਵਣ ਕੀਤੀਆਂ ਨੇ, ਔਰ ਉਹ ਕਹਿ ਰਹੇ ਸੀ ਵੀ ਭਾਵੇਂ ਇੱਕ ਹੀ ਗੱਲ ਸੁਣ ਲਓ ਧਿਆਨ ਦੇ ਨਾਲ, ਪਰ ਧਿਆਨ ਟਿਕਾਓ ਇੱਥੇ। ਪਰ ਇੱਧਰ ਲੱਗਦਾ ਹੈ ਕਿ ਬਹੁਤ ਘੱਟ ਧਿਆਨ, ਸਿੰਘਾਂ ਦਾ ਧਿਆਨ ਤਾਂ ਟਿਕਿਆ ਹੋਇਆ ਹੈ, ਤੇ ਬੀਬੀਆਂ ਦਾ ਜਿਹੜਾ ਧਿਆਨ ਹੈ ਉਹ ਥੋੜ੍ਹਾ ਜਿਹਾ, ਇੱਕ ਤਾਂ ਵਿੱਚ ਮੱਥਾ ਟੇਕਣ ਵਾਲੇ ਆਉਂਦੇ ਹਨ ਤੇ ਇੱਕ ਜਿਹੜਾ ਸਰੋਤੇ ਦਾ ਹੁੰਦਾ, ਜਿਹੜਾ ਆਈ ਕੰਟੈਕਟ, ਜਿਹੜਾ ਜਿੰਨਾ ਚਿਰ ਉਹਨੂੰ ਸਟੇਜ ਨਹੀਂ ਦਿਸਦੀ ਉਹਨਾਂ ਚਿਰ ਉਹਦਾ ਧਿਆਨ ਨਹੀਂ ਟਿਕਦਾ, ਬਹੁਤ ਫਰਕ ਪੈਂਦਾ ਹੈ। ਸੋ ਬੀਬੀਆਂ ਨੂੰ ਬੇਨਤੀ ਹੈ ਵੀ ਹਿਲ ਜੁਲ ਬੰਦ ਕਰੋ, ਗੁਰੂ ਕੇ ਸ਼ਬਦ ਵਿੱਚ ਜੁੜੋ, ਗੁਰੂ ਕੇ ਪਿਆਰ ਵਿੱਚ ਜੁੜੋ। ਸੋ 84 ਲੱਖ ਜੂਨਾਂ ਦਾ ਹਿਸਾਬ ਕਿਤਾਬ ਹੈ, ਪਰ ਇੱਕ 84 ਲੱਖ ਤੋਂ ਉੱਤੇ ਇੱਕ ਹੋਰ ਜੂਨ ਹੈ, ਉਹ ਹੈ ਸਾਧੂ ਬ੍ਰਹਮ ਗਿਆਨੀ। ਤੇ ਹੋਰ ਇੱਕ ਜੂਨ ਹੈ, ਉਹਨੂੰ ਸ਼ਹੀਦਾਂ ਦੀ ਜੂਨ ਹੈ, ਜੂਨ ਨਹੀਂ ਕਹਿ ਸਕਦੇ, ਜਾਮਾ ਹੈ। ਇਹਨਾਂ ਦਾ ਜਿਹੜੇ ਸਾਧੂ ਨੇ, ਇਹਨਾਂ ਦਾ ਕੋਈ ਲੇਖਾ ਨਹੀਂ ਕਰ ਸਕਦਾ ਹੈ, ਭਾਵੇਂ ਕਿ ਸਿੱਖੀ ਦੇ ਵਿੱਚ ਜਿਹੜੇ ਸਾਧੂ ਹੋਏ ਨੇ ਉਹ ਮਰਿਆਦਾ ਦੇ ਵਿੱਚ ਰਹੇ ਨੇ, ਪਰ ਜਦੋਂ ਕਮਾਈ ਕਰਦਿਆਂ ਕਰਦਿਆਂ ਜੀਵਨ ਸਫਲ ਕਰ ਲੈਂਦੇ ਹਨ, ਸਰੀਰ ਤੋਂ ਪਾਰ ਚਲੇ ਜਾਂਦੇ ਹਨ, ਤੇ ਫਿਰ ਉਹਨਾਂ ਦੀ ਸਾਧ ਸੰਗਤ ਜੀ ਸਰੀਰ ਦਾ ਲੇਖਾ ਨਹੀਂ ਕੋਈ ਲੈ ਸਕਦਾ, ਧਰਮ ਰਾਜ ਵੀ ਉਹਨਾਂ ਨੂੰ ਨਹੀਂ ਪੁੱਛਦਾ, ਉਹਨਾਂ ਦੇ ਸਰੀਰ ਦਾ ਕੋਈ ਕਰਮ ਜਿਹੜਾ ਉਹਦਾ ਲੇਖਾ ਨਹੀਂ ਲਿਆ ਜਾਂਦਾ, ਕਿਉਂਕਿ ਉਹ ਤਨ ਤੋਂ ਸਰੀਰ ਤੋਂ ਅੱਗੇ ਨਿਕਲ ਜਾਂਦੇ ਹਨ, ਸਰੀਰ ਤੋਂ ਉੱਚੇ ਉੱਠ ਜਾਂਦੇ ਹਨ। ਔਰ ਉਹਨਾਂ ਦਾ ਆਧਾਰ ਜਿਹੜਾ ਜ਼ਿੰਦਗੀ ਦਾ, ਉਹਨਾਂ ਦਾ ਇੱਥੇ ਸਰੀਰ ਦੇ ਵਿੱਚ ਆਉਣ ਦਾ ਕਾਰਨ ਵੀ ਸਿਰਫ ਪਰ ਉਪਕਾਰ ਹੀ ਹੁੰਦਾ ਹੈ। ਕਰਮ ਦੇ ਬੰਧਨ ਕਰਕੇ, ਕਿਸੇ ਵੀ ਕਰਮ ਕਰਕੇ ਉਹ ਇੱਥੇ ਸੰਸਾਰ ਦੇ ਵਿੱਚ ਨਹੀਂ ਰਹਿੰਦੇ। ਜਿਵੇਂ ਆਪਾਂ ਸਾਰੇ ਜੀਵ ਜਿਹੜੇ ਕਰਮਾਂ ਦੇ ਬੰਧਨ ਕਰਕੇ ਸੰਸਾਰ ਵਿੱਚ ਵਿਚਰਦੇ ਹਾਂ, ਉਹ ਕਰਮਾਂ ਦੇ ਬੰਧਨ ਤੋਂ ਬਾਹਰ ਹੁੰਦੇ ਹਨ। ਸੋ ਇਹ ਇੱਕ ਤਰ੍ਹਾਂ ਦੇ ਨਾਲ 84 ਲੱਖ ਜੂਨ ਤੋਂ ਅਲੱਗ ਦੀ ਜੂਨ ਹੁੰਦੀ ਹੈ ਸਾਧੂ ਦੀ, ਗੁਰਮੁਖ ਪਿਆਰਿਆਂ ਦੀ। ਸਾਧ ਸੰਗਤ ਸਤਿਗੁਰਾਂ ਨੇ ਆਪਣੇ 10 ਜਾਮਿਆਂ ਦੇ ਦੌਰਾਨ ਗੁਰੂ ਸਾਹਿਬ ਨੇ ਜਿੱਥੇ ਹਰ ਇੱਕ ਤਰ੍ਹਾਂ ਦੇ ਮਨੁੱਖ ਨੂੰ ਉਹਨੂੰ ਆਪਣੇ ਦਾਇਰੇ ਦੇ ਵਿੱਚ ਰਹਿ ਕੇ ਜ਼ਿੰਦਗੀ ਜਿਉਣ ਦਾ ਉਪਦੇਸ਼ ਦਿੱਤਾ ਹੈ, ਉੱਥੇ ਗੁਰੂ ਸਾਹਿਬ ਨੇ ਸਾਧੂ ਬ੍ਰਹਮ ਗਿਆਨੀ ਵੀ ਪੈਦਾ ਕੀਤੇ ਹਨ। ਸ਼ੁਰੂ ਤੋਂ ਲੈ ਕੇ ਆਪਾਂ ਵੇਖਦੇ ਹਾਂ, ਕਿਉਂਕਿ ਇਹ ਪੰਥ ਚਲਾਉਣ ਵਾਸਤੇ, ਗੁਰੂ ਨਾਨਕ ਦੀ ਗੱਲ ਚਲਾਉਣ ਵਾਸਤੇ, ਜਦੋਂ ਗੁਰੂ ਸਾਹਿਬ ਦੇ 10 ਸਰੀਰ ਸਨ, ਜਦੋਂ ਗੁਰੂ ਸਾਹਿਬ ਨੇ ਪੰਥ ਚਲਾਇਆ, ਜਿਵੇਂ ਆਪਾਂ ਬਾਣੀ ਵਿੱਚ ਪੜ੍ਹਦੇ ਹਾਂ, ਲਹਿਣੇ ਪੰਥ ਧਰਮ ਕਾ ਕੀਆ, ਅਮਰਦਾਸ ਭੱਲੇ ਕੋ ਦੀਆ। ਪੰਥ ਗੁਰੂ ਨਾਨਕ ਸਾਹਿਬ ਨੇ ਹੀ ਚਲਾ ਦਿੱਤਾ ਸੀ। ਅੱਜ ਕਈ ਭੁੱਲੜ ਤੇ ਭਟਕੇ ਹੋਏ ਲੋਕ ਕਹਿ ਰਹੇ ਨੇ ਗੁਰੂ ਨਾਨਕ ਸਾਹਿਬ ਨੇ ਕੋਈ ਧਰਮ ਨਹੀਂ ਸੀ ਚਲਾਇਆ, ਗੁਰੂ ਗੋਬਿੰਦ ਸਿੰਘ ਨੇ ਕੋਈ ਧਰਮ ਨਹੀਂ ਸੀ ਚਲਾਇਆ। ਇਹ ਪਤਾ ਨਹੀਂ ਕਿਹੜੀ ਗੁਫਾ ਵਿੱਚੋਂ ਪੜ੍ਹ ਕੇ ਆਏ ਨੇ, ਨਾ ਇਹ ਕਦੀ ਪੜ੍ਹਦੇ ਨੇ, ਬਸ ਇਹਨਾਂ ਨੂੰ ਆਪਣੇ ਫੈਸ਼ਨ ਪ੍ਰਸਤੀ ਦਾ ਬਹੁਤਾ ਫਿਕਰ ਰਹਿੰਦਾ ਹੈ, ਤੇ ਜੋ ਮੂੰਹ ਵਿੱਚ ਆਉਂਦਾ ਹੈ ਐਡੇ ਵੱਡੇ ਸਿਸਟਮ ਦੇ ਉਲਟ ਇਹ ਬੋਲਣਾ, ਚਰਚਾ ਵਿੱਚ ਰਹਿਣਾ, ਇਹਨਾਂ ਦਾ ਇੱਕ ਦਿਮਾਗੀ ਰੋਗ ਬਣ ਗਿਆ। ਇਹ ਵੀ ਇੱਕ ਦਿਮਾਗ ਦਾ ਰੋਗ ਹੈ ਕਿ ਜਿੰਨਾ ਚਿਰ ਕੁਝ ਰੋਗੀ ਐਸੇ ਨੇ ਜਿਹੜੇ ਸਾਧ ਸੰਗਤ ਜੀ, ਜੇ ਉਹਨਾਂ ਦੀ ਕੋਈ ਚਰਚਾ ਨਾ ਕਰੇ ਤੇ ਉਹ ਮਰ ਜਾਣਗੇ। ਉਹਨਾਂ ਦੀ ਚਰਚਾ ਹੋਣੀ ਚਾਹੀਦੀ ਨੇ, ਕਿਤੇ ਨਾ ਕਿਤੇ ਹੋਣੀ ਚਾਹੀਦੀ, ਭਾਵੇਂ ਗਾਲਾਂ ਹੀ ਪੈਂਦੀਆਂ ਰਹਿਣ, ਪਰ ਚਰਚਾ ਜ਼ਰੂਰ ਹੋਣੀ ਚਾਹੀਦੀ। ਇਹ ਰੋਗ ਹੈ ਇੱਕ ਤਰ੍ਹਾਂ ਦਾ ਮਨ ਦਾ। ਜੇ ਨਾ ਉਹ ਚਰਚਾ ਹੋਵੇ ਤਾਂ ਉਦਾਸ ਹੋ ਜਾਂਦੇ ਹਨ। ਉਹ ਕਹਿੰਦੇ ਧਰਮ ਹੀ ਨਹੀਂ ਚਲਾਇਆ ਗੁਰੂ ਨਾਨਕ ਸਾਹਿਬ ਜੀ ਨੇ, ਹੋਰ ਗੁਰੂ ਸਾਹਿਬ ਨੇ ਕੀ ਚਲਾਇਆ? ਫਿਰ ਗੁਰੂ ਸਾਹਿਬ ਨੇ ਜੋ ਅਕਾਲ ਪੁਰਖ ਤੋਂ ਨਾਮ ਦੀ ਦਾਤ, ਆਪ ਅਕਾਲ ਪੁਰਖ ਦਾ ਸਰੂਪ ਸਨ, ਉਹਨਾਂ ਨੇ ਕਰਕੇ ਵਿਖਾਇਆ ਹੈ ਵੀ ਬੰਦਾ ਜਿਹੜਾ ਜਿਵੇਂ ਦਾ ਰੱਬ ਨੇ ਪੈਦਾ ਕੀਤਾ ਹੈ ਉਵੇਂ ਦਾ ਬਣ ਜਾਏ। ਸਿਰਫ ਇਹ ਹੈ ਸਿੱਖੀ, ਖਾਲਸਾ ਧਰਮ ਇਹ ਹੈ, ਜਿਵੇਂ ਦਾ ਅਕਾਲ ਪੁਰਖ ਨੇ ਪੈਦਾ ਕੀਤਾ ਹੈ, ਕੋਈ ਉਹਦੇ ਤੋਂ ਵੱਖਰੀ ਨਹੀਂ। ਇਸ ਕਰਕੇ ਇਹ ਆਦਿ ਧਰਮ ਹੈ। ਭਾਵੇਂ
ਹਿੰਦੂ ਮਤ ਵਾਲੇ ਕਹਿੰਦੇ ਵੀ ਆਦ ਸਨਾਤਨ ਜਿਹੜਾ ਹੈ ਉਹ ਸਾਡਾ ਧਰਮ ਹੈ, ਤੇ ਜੇ ਤੁਹਾਡਾ ਧਰਮ ਸਨਾਤਨ ਹੈ ਤੇ ਸਨਾਤਨ ਦਾ ਮਤਲਬ ਹੈ ਮੁੱਢ। ਅਬ ਮਨ ਉਲਟ ਸਨਾਤਨ ਹੁਆ, ਤਬ ਜਾਣਿਆ ਜਬ ਜੀਵਤ ਮੂਆ। ਸਨਾਤਨ ਦਾ ਮਤਲਬ ਹੈ ਜੋ ਸ਼ੁਰੂ ਤੋਂ ਰੱਬ ਨੇ ਬਣਾਇਆ ਸੀ, ਅੱਗੋਂ ਕਈ ਤਰ੍ਹਾਂ ਦੇ ਉਹਦੇ ਰੂਪ ਬਣ ਗਏ, ਵਿਗੜ ਗਏ। ਤੇ ਜੇ ਤੁਹਾਡਾ ਸਨਾਤਨ ਧਰਮ ਹੈ ਤੇ ਫਿਰ ਤੁਸੀਂ ਸਨਾਤਨ ਬਣ ਜਾਓ। ਸਨਾਤਨ ਤੇ ਖਾਲਸਾ ਹੀ ਹੈ, ਹੋਰ ਤੇ ਕੋਈ ਹੈ ਹੀ ਨਹੀਂ। ਸਨਾਤਨ ਦਾ ਮਤਲਬ ਹੈ ਜਿਵੇਂ ਦਾ ਜੀਵ ਪਰਮਾਤਮਾ ਨੇ ਬਣਾਇਆ ਹੈ ਉਵੇਂ ਦਾ ਉਹਨੂੰ ਰਹਿਣ ਦਿਓ, ਉਹਨੂੰ ਸਨਾਤਨ ਕਹਿੰਦੇ ਨੇ। ਸੋ ਸਨਾਤਨ ਕਿਸੇ ਧਰਮ ਦਾ ਕੋਈ ਬੱਝੀ ਹੋਈ ਚੀਜ਼ ਨਹੀਂ ਹੈ। ਉਹ ਸਾਧ ਸੰਗਤ ਜੀ ਜੋ ਅਕਾਲ ਪੁਰਖ ਨੇ ਬਣਾਇਆ ਹੈ, ਸ੍ਰੀ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਖਾਲਸਾ ਅਕਾਲ ਪੁਰਖ ਦੀ ਫੌਜ ਹੈ, ਤੇ ਫੌਜ ਜਿਹੜੀ ਉਹ ਜਰਨੈਲ ਦੇ ਹੁਕਮ ਦੇ ਥੱਲੇ ਹੁੰਦੀ ਹੈ, ਜਿਵੇਂ ਜਰਨੈਲ ਹੁਕਮ ਕਰਦਾ। ਜੇ ਫੌਜ ਹੈ ਤਾਂ ਫੌਜ ਦਾ ਫੌਜਦਾਰ ਵੀ ਹੋਵੇਗਾ। ਜੇ ਅਕਾਲ ਪੁਰਖ ਦੀ ਫੌਜ ਹੈ ਖਾਲਸਾ, ਫਿਰ ਸਾਨੂੰ ਆਪਣੇ ਆਪ ਨੂੰ ਚੈੱਕ ਕਰਨਾ ਚਾਹੀਦਾ ਕਿ ਆਪਾਂ ਉਸ ਫੌਜ ਦੇ ਵਿੱਚ ਹਾਂ ਕਿ ਨਹੀਂ। ਫੌਜ ਦਾ ਕੰਮ ਹੁੰਦਾ ਹੈ ਆਪਣੇ ਦੇਸ਼ ਦੀ ਰਾਖੀ ਕਰਨੀ, ਔਰ ਦੇਸ਼ ਦਾ ਜਿਹੜਾ ਲੋਕਾਂ ਦੀ ਰਾਖੀ ਕਰਨੀ। ਤਾਂ ਜਿਹੜਾ ਆਦਿ ਪੁਰਖ ਹੈ, ਆਦਿ ਪੁਰਖ ਗੁਰੂ ਗ੍ਰੰਥ ਸਾਹਿਬ ਆਦਿ ਗ੍ਰੰਥ ਹਨ, ਤੇ ਖਾਲਸਾ ਆਦਿ ਪੁਰਖ ਹੈ। ਆਦਿ ਪੁਰਖ ਦਾ ਮਤਲਬ ਜੋ ਸਭ ਤੋਂ ਪਹਿਲਾਂ ਪੈਦਾ ਹੋਇਆ ਸੀ। ਜਦੋਂ ਇਹ ਸ੍ਰਿਸ਼ਟੀ ਬਣੀ ਸੀ ਉਦੋਂ ਆਦਿ ਪੁਰਖ ਸੀ। ਉਹਦਾ ਸਰੂਪ ਜਿਹੜਾ ਹੈ ਇਹ ਸੰਪੂਰਨ ਸੀ, ਜਿਹੜਾ ਕਲਗੀਧਰ ਪਾਤਸ਼ਾਹ ਨੇ ਪ੍ਰਗਟ ਕਰ ਦਿੱਤਾ ਵੀ ਆਹ ਸੀ ਰੂਪ, ਤੇ ਆਹ ਸੀ ਮਨੁੱਖ ਦਾ। ਸਾਰੇ ਸੰਸਾਰ ਨੂੰ ਧਾਰਨ ਕਰਨਾ ਚਾਹੀਦਾ। ਭਾਵੇਂ ਕਿ ਇਹ ਵੀ ਗੱਲ ਹੈ ਵੀ ਖਾਲਸੇ ਦੀ ਗਿਣਤੀ ਘੱਟ ਹੈ। ਜਦੋਂ ਖਾਲਸਾ ਸਾਜਿਆ ਸੀ ਸਾਧ ਸੰਗਤ ਜੀ, ਉਦੋਂ ਸਿੱਖਾਂ ਦੇ ਵਿੱਚ ਉਦੋਂ ਵੀ ਜਦੋਂ ਅੰਮ੍ਰਿਤ ਛਕ ਕੇ ਕੋਈ ਸਿੰਘ ਜਾਂਦਾ ਸੀ ਘਰ ਵਿੱਚ, ਤੇ ਕਈਆਂ ਥਾਵਾਂ ਤੇ ਉੱਥੇ ਵੀ ਝਗੜਾ ਹੋਇਆ ਸੀ ਕਿ ਅਸੀਂ ਇਹ ਜਿਹੜਾ 5 ਕਕਾਰਾਂ ਵਾਲਾ ਖਾਲਸਾ ਹੈ ਪ੍ਰਵਾਨ ਨਹੀਂ ਕਰਨਾ। ਬੜੇ ਲੋਕਾਂ ਨੇ ਉਦੋਂ ਵੀ ਵਿਰੋਧ ਕੀਤਾ ਸੀ, ਆਪਣੇ ਸਿੱਖਾਂ ਦੇ ਵਿੱਚੋਂ ਹੀ ਕੀਤਾ ਸੀ। ਕਈਆਂ ਦੀਆਂ ਬਰਾਦਰੀਆਂ ਵਿੱਚ ਬਾਈਕਾਟ ਵੀ ਹੋਇਆ ਸੀ ਵੀ ਇਹਨਾਂ ਦੇ ਨਾਲ ਵਰਤਣਾ ਹੀ ਨਹੀਂ। ਕਿਉਂਕਿ ਮਹਾਰਾਜ ਨੇ ਜਦੋਂ ਪੂਰਾ ਸੱਚ ਜਦੋਂ ਬੋਲਿਆ, ਲੋਕਾਂ ਦੀ ਗਿਣਤੀ ਹੋਰ ਘਟ ਗਈ। ਜਿੰਨਾ ਤੁਸੀਂ ਮਿਲਾਵਟ ਨੂੰ ਘੱਟ ਕਰਦੇ ਜਾਓਗੇ, ਉਹਨਾਂ ਉਹ ਚੀਜ਼ ਮਹਿੰਗੀ ਹੁੰਦੀ ਜਾਏਗੀ, ਤੇ ਜਿੰਨੀ ਮਹਿੰਗੀ ਹੁੰਦੀ ਜਾਏਗੀ ਉਹਨੇ ਉਹਦੇ ਗ੍ਰਾਹਕ ਘਟਦੇ ਜਾਣਗੇ। ਪਰ ਇੱਕ ਚੀਜ਼ ਉਹਦੀ ਵੱਧਦੀ ਜਾਏਗੀ, ਉਹਨੂੰ ਕਹਿੰਦੇ ਨੇ ਉਹਦੀ ਕੁਆਲਿਟੀ ਉਹਦੀ ਵਧੇਗੀ, ਗਿਣਤੀ ਉਹਦੀ ਘਟੇਗੀ, ਕੁਆਂਟੀਟੀ ਉਹਦੀ ਘਟ ਜਾਏਗੀ। ਸੋ ਜਿਵੇਂ ਤੁਸੀਂ ਬੈਠੇ ਹੋ ਤਾਂ ਕਈ ਵਾਰੀ ਉਹ ਸਿੰਘ ਕਹਿ ਰਹੇ ਸੀ ਵੀ ਬਾਹਰ ਤੇ ਬੜੀ ਸੰਗਤ ਹੈ, ਉਹ ਪਿੱਛੋਂ ਤੱਕ ਗੱਡੀ ਵੀ ਲੰਘਣੀ ਮੁਸ਼ਕਲ ਹੋਈ ਪਈ ਹੈ, ਬਾਹਰ ਰੇੜੀਆਂ ਖਿਡੌਣੇ। ਇਹ ਇਸ ਤਰ੍ਹਾਂ ਹੀ ਹੋਣਾ, ਕਿਉਂਕਿ ਇੱਥੇ ਜੋ ਸ਼ੁੱਧਤਾ ਹੈ, ਜੋ ਗੁਰਬਾਣੀ ਦੇ ਵਿੱਚ ਕੁਆਲਿਟੀ ਹੈ, ਤੇ ਜਿਹੜੀ ਖਾਲਸੇ ਦੀ ਪਰਸਨੈਲਿਟੀ ਹੈ, ਉਹ ਤੱਤ ਕੱਢਿਆ ਹੋਇਆ ਸਾਰੇ ਸੰਸਾਰ ਦਾ। ਗੁਰੂ ਸਾਹਿਬ ਵੀ ਕਿੱਥੋਂ ਚੱਲੇ ਸਨ, ਤੇ ਜਦੋਂ ਉਹਨਾਂ ਨੇ ਖਾਲਸੇ ਦਾ ਸੰਪੂਰਨ ਰੂਪ 1.25 ਲੱਖ ਨਾਲ ਇੱਕ ਲੜਨ ਵਾਲੀ ਗੱਲ ਕੀਤੀ ਸੀ, ਤਾਂ ਉਦੋਂ 40 ਲੱਖ ਨਾਲ ਇੱਕ ਲੜਨ ਵਾਲੀ ਗੱਲ ਕੀਤੀ ਸੀ, ਤਾਂ ਉਦੋਂ 40 ਸਰੀਰ ਬਚੇ ਸੀ ਬਸ। ਤਾਂ ਤੁਹਾਡੇ ਅੰਦਰ ਇਹ ਗਿਣਤੀ ਦਾ ਘੱਟ ਹੋਣਾ ਕੋਈ ਚਿੰਤਾ ਦੀ ਗੱਲ ਨਹੀਂ ਹੈ, ਕੁਆਲਿਟੀ ਦਾ ਹੋਣਾ ਜ਼ਰੂਰੀ ਹੈ। ਔਰ ਉਹ ਆਪਾਂ ਚੈੱਕ ਕਰਨਾ ਆਪਣੇ ਆਪ ਨੂੰ ਵੀ ਆਪਾਂ ਨੂੰ ਉਹਦੇ ਵਿੱਚ ਜਿਹੜੀ ਕੁਆਲਿਟੀ ਸੀ ਉਹਦੇ ਵਿੱਚ ਸਾਡੇ ਕੋਲੋਂ ਕਿਹੜੀ ਚੀਜ਼ ਘਟ ਗਈ ਹੈ, ਕਿਹੜੀ ਚੀਜ਼ ਘਟ ਰਹਿ ਗਈ। ਸੋ ਇਸ ਤਰ੍ਹਾਂ ਦੇ ਨਾਲ ਆਦਿ ਪੁਰਖ ਤੇ ਆਦਿ ਗ੍ਰੰਥ। ਆਦਿ ਪੁਰਖ ਦਾ ਮਤਲਬ ਹੈ ਜੋ ਸਭ ਤੋਂ ਪਹਿਲਾਂ ਗੁਰੂ ਸਾਹਿਬ ਨੇ ਸਾਜਿਆ ਸੀ, ਉਸੇ ਨੂੰ ਸੰਤ ਕਿਹਾ, ਉਸੇ ਨੂੰ ਬ੍ਰਹਮ ਗਿਆਨੀ ਕਿਹਾ। ਉਹ ਸਰੂਪ ਹੈ ਮਹਾਤਮਾ ਦਾ। ਤੇ ਸਾਧ ਸੰਗਤ ਜੀ ਜਿਹੜੇ ਸਾਧੂ ਹੁੰਦੇ ਨੇ ਉਹ ਆਪਣੀ ਕੌਮ ਦਾ ਥੰਮ ਹੁੰਦੇ ਹਨ। ਸਾਧੂਆਂ ਨੇ, ਕਿਉਂਕਿ ਜਿੱਥੇ ਸਾਧੂ ਪੈਦਾ ਹੋਏਗਾ ਉੱਥੇ ਸੰਪਰਦਾ ਚੱਲੇਗੀ, ਪੰਥ ਨਹੀਂ ਚੱਲੇਗਾ, ਸੰਪਰਦਾ ਚੱਲੇਗੀ।
ਪੰਥ ਲਗਾਤਾਰ ਰਹਿੰਦਾ, ਸੰਪਰਦਾ ਬਣਦੀ ਹੈ, ਫਿਰ ਮਿਟਦੀ ਹੈ, ਫਿਰ ਬਣਦੀ ਹੈ, ਫਿਰ ਮਿਟਦੀ ਹੈ, ਕਿਉਂਕਿ ਉਹ ਇੱਕ ਸਰੀਰ ਦੇ ਨਾਲ ਪੈਦਾ ਹੁੰਦੀ ਹੈ। ਇੱਕ ਸਰੀਰ ਦੇ ਜਾਣ ਦੇ ਨਾਲ ਕਿਤੇ ਤਾਂ ਪ੍ਰਬੰਧ ਚੱਲੀ ਜਾਂਦਾ, ਕਿਤੇ ਨਹੀਂ ਚੱਲਦਾ। ਉਹਦੀ ਕੋਈ ਚਿੰਤਾ ਨਹੀਂ ਹੁੰਦੀ, ਸਾਧੂ ਨੂੰ ਕੋਈ ਫਿਕਰ ਨਹੀਂ ਹੁੰਦਾ ਵੀ ਉਹਦਾ ਡੇਰਾ ਰਹੇਗਾ ਜਾਂ ਨਹੀਂ ਰਹੇਗਾ। ਹੋ ਸਕਦਾ ਉਹਦਾ ਡੇਰਾ ਮੰਨ ਕੇ ਕਈ ਲੋਕ, ਰਾਜਨੀਤਿਕ ਲੋਕ ਤਾਂ ਲੋਕਾਂ ਦਾ ਆਸਰਾ ਲੈ ਕੇ ਉੱਥੇ ਬਣ ਕੇ ਬਹਿਣ, ਪਰ ਗੱਲ ਤਾਂ ਇਹ ਹੈ ਵੀ ਉਹ ਜਿਹੜੀ ਚੀਜ਼ ਹੈ ਨਾ, ਜਿਹੜੀ ਜੀਵਨ ਬਦਲਦੀ ਸੀ ਸਾਧੂ ਦੀ, ਉਹ ਸਾਧ ਸੰਗਤ ਜੀ ਉਹ ਨਵੀਂ ਪੈਦਾ ਹੁੰਦੀ ਹੈ, ਫਿਰ ਹੋਰ ਕਿਤੇ ਪੈਦਾ ਹੁੰਦੀ ਹੈ, ਤੇ ਫਿਰ ਜਿੱਥੇ ਜਿੱਥੇ ਉਹ ਪੈਰ ਰੱਖਦੀ ਹੈ, ਜਿਹੜੀ ਥਾਂ ਤੇ ਬਹਿੰਦੀ ਖਲੋਂਦੀ ਹੈ, ਉੱਥੇ ਫਿਰ ਸੰਪਰਦਾ ਪੈਦਾ ਹੋ ਜਾਂਦੀ। ਸੋ ਮੁੱਢ ਮੂਲ ਕੀ ਹੈ? ਮੁੱਢ ਮੂਲ ਹੈ ਕਿ ਪੰਥ ਨੂੰ ਚਲਾਉਣ ਵਾਸਤੇ ਗੁਰੂ ਸਾਹਿਬ ਨੇ ਸਦਾ ਹੀ ਗੁਰਮੁਖ ਸਾਧੂ ਜਿਹੜੇ ਪਿਆਰੇ ਹਨ, ਉਹ ਪਰਉਪਕਾਰ ਵਾਸਤੇ ਪੈਦਾ ਕੀਤੇ ਨੇ ਇੱਕ ਵਾਰੀ ਸਾਰੇ, ਕਿਉਂਕਿ ਉਹ ਨਾਮ ਦੀ ਕਮਾਈ ਕਰਕੇ ਬਣੇ ਹਨ। ਸੋ ਸਾਰੀ ਸੰਗਤ ਇੱਕ ਵਾਰੀ ਯਤਨ ਕਰੋ, ਪਿਆਰ ਦੇ ਨਾਲ ਸ਼ਬਦ ਦੇ ਵਿੱਚ ਬੋਲਣ ਦੀ ਕੋਸ਼ਿਸ਼ ਕਰੋ। ਜਨ ਪਰ ਉਪਕਾਰੀ ਆਏ, ਜਨ ਪਰ ਉਪਕਾਰੀ ਆਏ, ਜਨ ਪਰ ਉਪਕਾਰੀ, ਜਨ ਪਰ ਉਪਕਾਰੀ ਆਏ, ਜਨ ਪਰ ਉਪਕਾਰੀ ਆਏ, ਜਨ ਪਰ ਉਪਕਾਰੀ, ਜੀ ਦਾਨ ਦੇ ਭਗਤੀ ਲਾਇਨ, 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 ਹਰ ਸਿਉ ਲੈਣ ਮਿਲਾਏ, ਹਰ ਸਿਉ ਲੈਣ ਮਿਲਾਏ, ਹਰ ਸਿਉ ਜਨ ਪਰ ਉਪਕਾਰੀ ਆਏ, ਜਨ ਪਰ ਉਪਕਾਰੀ ਆਏ, ਜਨ ਪਰ ਉਪਕਾਰੀ, ਪਰ ਦੂਜੇ ਦਾ ਉਪਕਾਰ ਭਲਾ ਕਰਨਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ, ਕਿਉਂਕਿ ਇਹ ਮਨੁੱਖਾ ਸਰੀਰ ਬੜਾ ਕੀਮਤੀ ਪ੍ਰਾਪਤ ਹੋਇਆ, ਪਰ ਜਿਹਨੂੰ ਜਿਹਦੀ ਅੱਖ ਖੁੱਲਦੀ ਹੈ, ਜਾਂ ਤਾਂ ਉਹ ਆਪ ਉਹਦੀ ਅੱਖ ਖੁੱਲ ਜਾਏ, ਤੇ ਜਾਂ ਕੋਈ ਉਹਨੂੰ ਖੁੱਲੀ ਅੱਖ ਵਾਲਾ ਆ ਕੇ ਮਿਲ ਜਾਏ। ਹੁਣ ਆਪ ਖੁੱਲਣੀ, ਜਾਗ ਆਉਣੀ ਬੜੀ ਮੁਸ਼ਕਲ ਹੈ। ਇਸ ਲਈ ਗੁਰੂ ਸਾਹਿਬ ਨੇ ਇੱਕ ਤਰੀਕਾ ਬਣਾ ਦਿੱਤਾ ਕਿ ਅੰਮ੍ਰਿਤ ਛਕ ਕੇ ਕਮਾਈ ਕਰੋ ਤੇ ਗੁਰੂ ਅੱਗੇ ਅਰਦਾਸ ਕਰੋ ਵੀ ਸਾਨੂੰ ਕੋਈ ਖੁੱਲੀ ਅੱਖ ਵਾਲਾ ਮਿਲਾ ਦਿਓ। ਉਹ ਖੁੱਲੀ ਅੱਖ ਵਾਲਾ ਸਾਨੂੰ ਫਿਰ ਯਾਦ ਕਰਾ ਦਿੰਦਾ ਕਿ ਤੁਸੀਂ ਕੌਣ ਹੋ, ਤੁਸੀਂ ਕੀ ਕਰਨ ਵਾਸਤੇ ਆਏ ਹੋ ਸੰਸਾਰ ਦੇ ਵਿੱਚ, ਤੁਹਾਡਾ ਮੁੱਖ ਕਾਰਜ ਕੀ ਹੈ। ਖੁੱਲੀ ਅੱਖ ਵਾਲਾ ਹੀ ਕਰਾਏਗਾ, ਹੋਰ ਨਹੀਂ ਕਿਸੇ ਤੋਂ ਯਾਦ ਕਰਾਇਆ ਜਾ ਸਕਦਾ। ਜੋ ਆਪ ਹੀ ਸੰਸਾਰ ਦੇ ਵਿੱਚ ਸੰਸਾਰ ਦੇ ਨਾਲ ਸੰਬੰਧਿਤ ਹੈ, ਉਹ ਤੁਹਾਨੂੰ ਕਿਵੇਂ ਸੰਸਾਰ ਤੋਂ ਪਾਰ ਦੀ ਗੱਲ ਸੁਣਾ ਸਕੇਗਾ। ਇਸ ਲਈ ਕਬੀਰ ਸਾਹਿਬ ਜੀ ਆ ਪੰਡਤ ਜੀ ਨੂੰ ਕਹਿੰਦੇ ਨੇ ਕਿ ਤੁਸੀਂ ਚੰਗੇ ਸਾਡੇ ਅੱਗੇ ਤੁਰਨ ਵਾਲੇ ਹੋ, ਸਾਨੂੰ ਕਦੀ ਅਸੀਂ ਤੁਹਾਡੀਆਂ ਗਾਵਾਂ ਵਾਂ, ਤੁਸੀਂ ਸਾਨੂੰ ਚਰਾਉਣ ਵਾਲੇ ਹੋ। ਹਮ ਗੋਰੂ ਤੁਮ ਗੁਆਰ ਗੁਸਾਈ, ਗੋਰੂ ਦਾ ਮਤਲਬ ਗਾਵਾਂ, ਤੁਸੀਂ ਗਵਾਲੇ ਹੋ ਵੀ ਤੁਸੀਂ ਚਾਰਦੇ ਹੋ, ਵੀ ਤੁਸੀਂ ਦੱਸਦੇ ਹੋ ਆਹ ਕਰੋ ਆਹ ਕਰੋ ਆਹ ਨਾ ਕਰੋ, ਪੂਜਾ ਕਰੋ ਪ੍ਰਤਿਸ਼ਠਾ ਕਰੋ ਇਹ ਕਰੋ, ਤੁਸੀਂ ਸਾਰਾ ਦੱਸਦੇ ਪੜ੍ਹਦੇ ਕਰਦੇ ਹੋ, ਪਰ ਤੁਸੀਂ ਸਿਰਫ ਪੜ੍ਹਦੇ ਤੇ ਦੱਸਦੇ ਹੀ ਹੋ, ਪਰ ਕਦੀ ਕੋਈ ਚੁੱਕ ਕੇ ਸਾਨੂੰ ਕਿਤੇ ਹੋਰ ਕੋਈ ਦੁਨੀਆ ਨਹੀਂ ਵਿਖਾਈ। ਤੁਸੀਂ
ਕਬਹੂ ਨਾ ਪਾਰ ਉਤਾਰ ਚਰਾਇਓ। ਤੁਸੀਂ ਕਦੀ ਦਰਿਆ ਤੋਂ ਪਾਰ ਨਹੀਂ ਸਾਨੂੰ ਲਗਾਏ, ਅਸੀਂ ਤੁਹਾਡੀਆਂ ਗਾਵਾਂ। ਕੈਸੇ ਖਸਮ ਹਮਾਰੇ, ਤੁਸੀਂ ਕਿਵੇਂ ਦੀ ਸਾਡੀ ਅਗਵਾਈ ਕਰ ਰਹੇ ਹੋ। ਸਾਧੂ ਕੌਣ ਹੁੰਦਾ ਹੈ? ਸਾਧੂ ਹੁੰਦਾ ਹੈ ਕਿ ਜਿਹੜਾ ਉਹਨੂੰ ਦਿਸੇ ਨਾ ਕਿ ਹੁਣ ਆਪੋ ਆਪਣੀ ਕਲਾਸ ਹੁੰਦੀ ਹੈ, ਇਹ ਵੀ ਕਲਾਸ ਦੀ ਗੱਲ ਹੈ ਗੁਰਮਤ ਜਿਹੜੀ ਹੈ। ਤੁਸੀਂ ਵੈਸੇ ਆਪਣੇ ਜਦੋਂ ਆਪਾਂ ਸੰਗਤ ਵਿੱਚ ਆਉਂਦੇ ਆ, ਆਪਾਂ ਨੂੰ ਚੈੱਕ ਕਰਨਾ ਚਾਹੀਦਾ ਮੈਂ ਕਿਹੜੀ ਕਲਾਸ ਵਿੱਚ ਹਾਂ, ਕਲਾਸ ਕਿਹੜੀ ਹੈ। ਇਹ ਵੀ ਹੋ ਸਕਦਾ ਆਪਾਂ ਵਿੱਚੋਂ ਕਈ ਕਲਾਸ ਦੇ ਵਿੱਚ ਆਏ ਨਾ ਹੋਈਏ। ਹੁਣ ਇਹ ਤੇ ਮਤਲਬ ਸਕੂਲ ਇਸ ਤਰ੍ਹਾਂ ਦਾ ਨਾ ਵੀ ਇੱਥੇ ਕੋਈ ਇਹ ਤਾਂ ਹੈ ਨਹੀਂ ਵੀ ਤੂੰ ਨਹੀਂ ਪੜ੍ਹਦਾ ਤੇ ਬਾਹਰ ਨਿਕਲੇ ਤੇ ਕੀ ਲੈਣਾ ਹੈ। ਇੱਥੇ ਸਕੂਲ ਇਸ ਵਿੱਚ ਮਹਾਰਾਜ ਕਹਿੰਦੇ ਵੀ ਜਿੰਨਾ ਭਲਾ ਕਿਸੇ ਦਾ ਹੋਵੇ ਉਨਾ ਹੀ ਚਲੋ ਹੋ ਜਾਏ। ਪਰ ਕਲਾਸ ਇੱਥੇ ਹੁੰਦੀ ਹੈ 6 ਮਿੰਟਾਂ ਤੋਂ ਸ਼ੁਰੂ ਤੇ ਪੜ੍ਹਾਈ 6 ਮਿੰਟ ਤੋਂ ਲੈ ਕੇ 24 ਘੰਟੇ ਤੱਕ ਜਾਂਦੀ ਹੈ। ਕਿਵੇਂ ਦਾ ਸਕੂਲ ਹੈ ਵੇਖੋ, 6 ਮਿੰਟਾਂ ਵਾਲੇ ਨੂੰ ਵੀ ਥਾਂ ਹੈ ਤੇ 24 ਘੰਟਿਆਂ ਵਾਲੇ ਨੂੰ ਵੀ ਥਾਂ ਹੈ। ਹਾਂ, ਗੱਲ ਆਪਣੀ ਆਪਣੀ ਵਿਦਿਆ ਦੇ ਮੁਤਾਬਕ ਹੈ ਨਾ। ਹੁਣ ਕਈ ਕਹਿੰਦੇ ਨੇ ਗੁਰੂ ਸਾਹਿਬ ਨੇ ਸਮਾਨਤਾ ਜਾਂ ਇਕਸਾਰਤਾ ਜਾਂ ਇੱਕੋ ਜਿਹਾ ਮਨੁੱਖ ਨੂੰ ਬਰਾਬਰ ਦੇ ਹੱਕ ਦਿੱਤੇ ਨੇ। ਉਹ ਬਰਾਬਰ ਦੇ ਹੱਕ ਸਮਾਜਿਕ ਹੋ ਸਕਦੇ ਨੇ, ਨੈਤਿਕਤਾ ਹੋ ਸਕਦੀ ਹੈ ਔਰ ਸਰੀਰਕ ਹੋ ਸਕਦੀ ਹੈ। ਉਹ ਜਿਹੜੇ ਹੱਕ ਨੇ ਤੁਹਾਡੀ ਕਮਾਈ ਦੇ ਆਧਾਰ ਤੇ ਹੈ। ਹੁਣ ਇੱਕ ਬੰਦੇ ਨੇ ਡਿਗਰੀ ਵੀ ਕੀਤੀ ਹੋਈ ਹੈ, BA MA ਵੀ ਕੀਤੀ ਹੋਈ ਹੈ, ਤੇ ਇੱਕ ਜਣਾ ਦੂਜੀ ਵਿੱਚੋਂ ਫੇਲ ਹੋ ਗਿਆ ਹੈ, ਦੋਵਾਂ ਦੇ ਹੱਕ ਇੱਕੋ ਜਿਹੇ ਹੋਣਗੇ? ਦੋਵਾਂ ਦੇ ਹੱਕ ਇੱਕੋ ਜਿਹੇ ਨਹੀਂ ਹਨ। ਉਹਦੀ ਕਮਾਈ ਦੇ ਆਧਾਰ ਤੇ ਉਹਦੇ ਹੱਕ ਬਦਲ ਜਾਂਦੇ ਹਨ। ਇਹ ਤਾਂ ਫਰਕ ਪੈ ਗਿਆ। ਫਿਰ ਗੱਲ ਉੱਥੇ ਆ ਗਈ ਕਿ ਗੁਰੂ ਸਾਹਿਬ ਨੇ ਜਿੱਥੇ ਸਾਧ ਸੰਗਤ ਜੀ ਜਿਹੜੀ ਵਿਦਿਆ, ਜਿਹੜੀ ਧਰਮ ਦੀ ਵਿਦਿਆ, ਕਿਉਂਕਿ ਇਹ ਧਰਮ ਦੀ ਵਿਦਿਆ, ਇਹ ਖਿਆਲ ਰੱਖਣਾ ਗੁਰੂ ਸਾਹਿਬ ਨੇ ਜਿੰਨੀਆਂ ਵੀ ਚੀਜ਼ਾਂ ਨੇ ਉਹ ਸਾਰੀਆਂ ਧਰਮ ਦੇ ਨਾਲ ਪਲੱਸ ਕੀਤੀਆਂ ਨੇ ਕਿ ਜੇ ਵਿੱਚੋਂ ਧਰਮ ਨੂੰ ਤੁਸੀਂ ਮਤਲਬ ਨਫੀ ਕਰ ਦਿੱਤਾ, ਮਾਈਨਸ ਕਰ ਦਿੱਤਾ, ਤਾਂ ਉਹ ਕਾਰਜ ਜਿਹੜਾ ਤੁਹਾਡਾ ਅਧੂਰਾ ਹੋ ਜਾਏਗਾ। ਗੁਰੂ ਸਾਹਿਬ ਨੇ ਯੁੱਧ ਦੀ ਵੀ ਜਦੋਂ ਗੱਲ ਕੀਤੀ ਤੇ ਯੁੱਧ ਦੀ ਗੱਲ ਕਰਨ ਦੇ ਨਾਲ ਪਲੱਸ ਧਰਮ ਯੁੱਧ ਕਿਹਾ। ਇਸ ਲਈ ਭਾਵੇਂ ਬਾਹਰੀ ਤੌਰ ਤੇ ਕੋਈ ਸੰਘਰਸ਼ ਚੱਲਿਆ ਤਾਂ ਉਹਨਾਂ ਸਿੱਖਾਂ ਨੇ ਉਹਨੂੰ ਨਾਮ ਦਿੱਤਾ ਧਰਮ ਯੁੱਧ। ਜੇ ਬਾਹਰੀ ਤੌਰ ਤੇ ਕੋਈ ਚੀਜ਼ ਚੱਲਦੀ ਹੈ ਉਹਦੇ ਨਾਲ ਧਰਮ ਪਲੱਸ ਗੁਰੂ ਸਾਹਿਬ ਨੇ ਕਿਉਂ ਕੀਤਾ? ਕਿਉਂਕਿ ਬਾਹਰ ਦੀਆਂ ਸਾਰੀਆਂ ਲਹਿਰਾਂ ਜਿਹੜੀਆਂ ਨੇ ਉਹ ਸੰਸਾਰ ਨਾਲ ਸੰਬੰਧਿਤ ਨੇ, ਤੇ ਜੇ ਧਰਮ ਵਿੱਚ ਨਾ ਹੋਵੇਗਾ ਫਿਰ ਉੱਥੇ ਫਿੱਕਾਪਣ ਵੀ ਆ ਸਕਦਾ। ਕਿਉਂਕਿ ਇੱਕੋ ਹੀ ਤੇ ਚੀਜ਼ ਹੈ ਨਾ ਦੁਨੀਆ ਵਿੱਚ ਜਿਹੜੀ ਮਿੱਠੀ ਹੈ ਬਸ। ਬਾਕੀ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਫਿੱਕਾਪਣ ਜਿਹਾ ਆ ਜਾਂਦਾ ਉਹਦੇ ਵਿੱਚ। ਤਾਂ ਗੁਰੂ ਸਾਹਿਬ ਨੇ ਹਰ ਇੱਕ ਚੀਜ਼ ਦੇ ਨਾਲ, ਭਾਵੇਂ ਉਹ ਸੰਸਾਰ ਦਾ ਕੋਈ ਵੀ ਕੰਮ ਕਰ ਰਿਹਾ ਹੈ, ਜਦੋਂ ਉਹਦੇ ਨਾਲ ਧਰਮ ਪਲੱਸ ਕੀਤਾ ਹੈ ਤਾਂ ਉਦੋਂ ਉਹ ਗੁਰੂ ਸਾਹਿਬ ਨੇ ਉਸ ਕਾਰਜ ਨੂੰ ਮੰਨਿਆ, ਉਸ ਕਾਰਜ ਉਹ ਚੀਜ਼ ਸਾਨੂੰ ਦਿੱਤੀ ਹੈ। ਔਰ ਗੱਲ ਮੈਂ ਕਰ ਰਿਹਾ ਸੀ ਕਿ ਕੁਆਲਿਟੀ ਦੇ ਵਿੱਚ ਜਿਹੜੀ ਮਹਾਰਾਜ ਨੇ ਪੈਦਾ ਕੀਤੀ ਹੈ, ਉਹ ਕੁਆਲਿਟੀ ਸਾਧ ਸੰਗਤ ਜੀ ਸਾਨੂੰ ਆਪਣੇ ਆਪ ਵਿੱਚੋਂ ਵੇਖਣਾ ਪਏਗਾ ਵੀ ਆਪਾਂ ਕਿਹੜੀ ਕਲਾਸ ਦੇ ਵਿਦਿਆਰਥੀ ਹਾਂ। ਇਸ ਕਰਕੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ ਉਹ ਕੋਈ ਇੱਕੋ ਜਿਹਾ ਗਿਆਨ ਨਹੀਂ ਹੈ, ਗੱਲ ਇੱਕੋ ਹੀ ਹੈ। ਜਿਹੜੀ ਗੱਲ ਹੈ ਗੁਰਾ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਜਾਂ ਨਾਨਕ ਲਿਖੈ ਇੱਕ ਗੱਲ ਹੋਰ ਹਉਮੈ ਚਖਣਾ ਚਾਖ। ਗੱਲ ਇੱਕ ਹੈ ਪਰ ਗੱਲ ਨੂੰ ਕਈ ਰੂਪਾਂ ਦੇ ਵਿੱਚ ਪਰੋਸਿਆ ਗਿਆ, ਬਾਣੀ ਦੇ ਵਿੱਚ ਕਈ ਰੂਪਾਂ ਦੇ ਵਿੱਚ ਰੱਖਿਆ ਗਿਆ। ਇਹ ਤਾਂ ਸਾਡੇ ਤੇ ਵਿਚਾਰ ਹੋਵੇ ਨਾ ਬਾਣੀ ਦੇ ਵਿੱਚ, ਅਸੀਂ ਲੋਕਾਂ ਦੇ ਵਿੱਚ ਇਹਦਾ ਮਤਲਬ
ਇੱਕ ਵਿਚਾਰ ਗੋਸ਼ਟੀ ਵਾਂਗ ਲਈਏ ਤਾਂ ਫਿਰ ਪਤਾ ਲੱਗੇ ਨਾ। ਹੁਣ ਮੈਂ ਇੱਧਰ ਬੋਲ ਰਿਹਾ, ਕਿੰਨੇ ਮੈਨੂੰ ਪਤਾ ਕਿੰਨੇ ਕੁ ਲੋਕ ਸੁਣ ਰਹੇ ਨੇ, ਆਵਾਜ਼ ਆ ਰਹੀ ਕੰਨਾਂ ਦੇ ਵਿੱਚ, ਔਰ ਸੁਣਨ ਵਾਲਾ ਕਿੰਨਾ ਕੁ ਕੈਚ ਕਰ ਰਿਹਾ, ਇਹ ਬਹੁਤ ਅਸੰਭਵ ਹੋ ਗਿਆ ਅੱਜ। ਇਸ ਕਰਕੇ ਇਹ ਮੈਂ ਤੇ ਕਿਉਂ ਕਰਨਾ ਕਿ ਦੀਵਾਨਾਂ ਤੱਕ ਪ੍ਰਚਾਰ ਨੂੰ ਸੀਮਤ ਨਾ ਰੱਖੋ। ਪ੍ਰਚਾਰ ਦੀਵਾਨਾਂ ਤੱਕ ਸੀਮਤ ਰੱਖੋਗੇ ਤੇ ਉਹ ਥੋੜੇ ਜਿਹੇ ਲੋਕ ਨੇ ਜਿਹੜੇ ਤੁਹਾਡੇ ਪ੍ਰਚਾਰ ਨੂੰ ਕੈਚ ਕਰਨਗੇ। ਜਿੰਨਾ ਚਿਰ ਤੁਸੀਂ ਨਿੱਜੀ ਤੌਰ ਤੇ ਸੰਬੰਧਿਤ ਨਹੀਂ ਹੁੰਦੇ ਸੰਗਤ ਦੇ ਨਾਲ, ਉਹਨਾਂ ਚਿਰ ਤੁਹਾਡੇ ਸਟੇਜਾਂ ਦਾ ਪ੍ਰਚਾਰ ਗਿਰਾਵਟ ਆ ਰਹੀ ਦਿਸ ਰਿਹਾ। ਉਹਦਾ ਕਾਰਨ ਹੈ ਸਿਸਟਮ ਤੋਂ ਦੂਰ ਜਾ ਕੇ ਪ੍ਰਚਾਰ ਕੀਤਾ ਜਾ ਰਿਹਾ। ਫਿਰ ਸਟੇਜਾਂ ਨੇ, ਫਿਰ ਵੱਡੇ ਵੱਡੇ ਲੋਕ ਨੇ, ਵੱਡੇ ਵੱਡੇ ਬੁਲਾਰੇ ਨੇ, ਸਿਫਾਰਿਸ਼ਾਂ ਚੱਲਦੀਆਂ ਨੇ। ਜਿਹੜੇ ਕੋਈ ਮਿੱਟੀ ਘੱਟਾ ਝਾੜ ਦਿੰਦੇ ਨੇ ਵੱਡੇ ਲੋਕਾਂ ਦਾ, ਉਹਨਾਂ ਨੂੰ ਪਹਿਲ ਮਿਲ ਜਾਂਦੀ ਹੈ। ਤਾਂ ਇੱਥੇ ਫਿਰ ਤੁਸੀਂ ਕਿਵੇਂ ਮਤਲਬ ਉਹ ਗੱਲ ਕਰ ਸਕੋਗੇ ਜਿਹੜੀ ਗੱਲ ਗੁਰੂ ਨੇ ਕਹੀ ਹੈ? ਤਾਂ ਉਹਦੇ ਵਾਸਤੇ ਤੁਹਾਨੂੰ ਲੋਕਾਂ ਦੇ ਵਿੱਚ, ਫੀਲਡ ਦੇ ਵਿੱਚ ਹੀ ਜਾਣਾ ਪਏਗਾ। ਇਸ ਕਰਕੇ ਸਾਧ ਸੰਗਤ ਜੀ 6 ਮਿੰਟ ਤੋਂ ਲੈ ਕੇ 24 ਘੰਟਿਆਂ ਤੱਕ ਦਾ ਵਿਦਿਆਰਥੀ, ਔਰ ਇਸੇ ਕਰਕੇ 1430 ਅੰਗ ਬਣਾਏ। ਗੱਲ ਸਾਰਿਆਂ ਦੇ ਵਿੱਚ ਇੱਕੋ ਹੀ ਹੈ, ਪਰ ਉਹਨੂੰ ਡਿਵਾਈਡ ਕੀਤਾ ਹੋਇਆ ਹੈ ਕਿ ਤੂੰ ਕਿਹੜੀ ਕਲਾਸ ਦਾ ਵਿਦਿਆਰਥੀ ਹੈ, ਆਪਾਂ ਨੂੰ ਚੈੱਕ ਕਰਨਾ ਚਾਹੀਦਾ। ਤੇ 6 ਮਿੰਟ ਦਾ ਮਤਲਬ ਹੈ ਵੀ 6 ਮਿੰਟ ਵੀ ਸਿਮਰਨ ਕਰਦਾ ਕਿ ਨਹੀਂ। ਇੱਕ ਘੜੀ, ਆਧੀ ਘੜੀ, ਆਧੀ ਹੁਤੇ ਆਦ ਕਿੰਨੇ ਬਣਦੇ? ਵਿਦਵਾਨ ਸਾਰੇ ਬੈਠੇ, ਟਕਸਾਲ ਦੇ ਸਿੰਘ। ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ, ਉਹ 6 ਮਿੰਟ ਹੀ ਬਣਦੇ ਨੇ। ਯਾਨੀ ਕਿ ਗੁਰੂ ਨੇ ਉਹਦੇ ਤੇ ਵੀ ਆਸ ਰੱਖੀ ਹੈ ਜਿਹੜਾ 6 ਮਿੰਟ ਚੌਂਕੜਾ ਮਾਰਦਾ। ਔਰ 6 ਮਿੰਟ ਨਾਮ ਜਪਣਾ ਕੋਈ ਸੌਖੀ ਗੱਲ ਨਹੀਂ, ਐਵੇਂ ਕਹਿਣ ਨੂੰ ਗੱਲ ਹੈ। ਬਾਅਦ ਵਿੱਚ 5 ਮਿੰਟ 4 ਮਿੰਟ ਕਰਾਈ ਸਿਮਰਨ ਬੋਲੀ ਦਾ, ਉਹ 5-7 ਮਿੰਟਾਂ ਦੇ ਵਿੱਚ ਇੰਜ ਹੋ ਜਾਂਦਾ, ਪਤਾ ਨਹੀਂ ਘੰਟੇ ਦੇ ਲੱਗੇ ਹੋਏ ਸੀ। ਉਹ ਵੀ ਬੜੀ ਵੱਡੀ ਚੀਜ਼ ਹੈ। ਜੇ ਉਹਨੂੰ ਅਸੀਂ ਵਧਾਉਂਦੇ ਜਾਂਦੇ ਹਾਂ, ਅੱਗੇ ਜਾਈ ਜਾਂਦੇ ਹਾਂ, ਤਾਂ ਹੌਲੀ ਹੌਲੀ ਸਾਧ ਸੰਗਤ ਜੀ ਉਹ ਸਿਮਰਨ ਸਾਨੂੰ ਆਪਣੇ ਵੱਲ ਖਿੱਚਣ ਲੱਗ ਪੈਂਦਾ। ਔਰ ਇਹ ਸਿਮਰਨ ਹੀ ਸੀ ਜਿਨ੍ਹਾਂ ਨੇ ਸ਼ਹੀਦ ਪੈਦਾ ਕੀਤੇ ਨੇ, ਜਿਨ੍ਹਾਂ ਨੇ ਸ਼ਹੀਦ ਪੈਦਾ ਕੀਤੇ, ਇਹ ਸਿਮਰਨ ਹੀ ਸੀ, ਇਹ ਪਾਵਰ ਸੀ। ਔਰ ਹੁਣ ਮੇਰੇ ਕੋਲ ਸਮਾਂ ਨਹੀਂ, ਇਹ ਸ਼ਹੀਦੀ ਤਾਕਤ ਸੀ ਜਿਹਨੇ ਸਾਡੇ ਵਿੱਚ ਏਡੇ ਵੱਡੇ ਸੂਰਬੀਰ। ਅੱਜ ਕੌਮ ਦੇ ਬੜੇ ਮਹਾਨ ਸ਼ਹੀਦ ਭਾਈ ਸਤਵੰਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ। ਭਾਈ ਕੇਰ ਸਿੰਘ ਜੀ ਦਾ, ਜਿਨ੍ਹਾਂ ਨੇ ਕੌਮ ਦੀ ਉਸ ਵੇਲੇ ਤੇ, ਵੈਸੇ ਇਹ ਸੁਮੇਲ ਹੈ ਬਾਬਾ ਠਾਕੁਰ ਸਿੰਘ ਜੀ ਦਾ, ਤੇ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਤੇ ਭਾਈ ਕੇਰ ਸਿੰਘ, ਭਾਈ ਬਲਬੀਰ ਸਿੰਘ। ਸੁਮੇਲ ਕਿਉਂ ਹੈ? ਉਹ ਸਮਾਂ ਐਸਾ ਸੀ ਜਦੋਂ ਕੌਮ ਦਾ ਮਨੋਬਲ ਡਿੱਗਾ ਸੀ ਇੱਕ ਵਾਰੀ, ਕਿਉਂਕਿ ਇਹਨਾਂ ਨੇ ਮਨੋਬਲ ਡੇਗਣ ਦੀ ਕੋਸ਼ਿਸ਼ ਕੀਤੀ ਸੀ। ਹੋਰ ਕੋਈ ਕਾਰਨ ਨਹੀਂ, ਕੋਈ ਕਾਰਨ ਨਹੀਂ ਸੀ ਹੋਰ। ਸਿਰਫ ਤੁਹਾਡੀ ਜਿਹੜੀ ਵਿਲ ਪਾਵਰ ਸੀ ਉਹਨੂੰ ਡੈਮੇਜ ਕਰਨ ਵਾਸਤੇ, ਕਮਜ਼ੋਰ ਕਰਨ ਵਾਸਤੇ, ਕਿ ਇਹ ਅੰਦਰੋਂ ਹਿੱਲ ਜਾਣ ਕੇ ਤੁਸੀਂ ਹੁਣ ਬੇਸ ਹਾਏ ਉਹ ਕੁਝ ਨਹੀਂ ਕਰ ਸਕਦੇ। ਉਸ ਟਾਈਮ ਤੇ ਜਿਹੜੀ ਖਾੜਕੂ ਸਿੰਘਾਂ ਦੀ, ਸੰਘਰਸ਼ ਵਾਲੇ ਸਿੰਘਾਂ ਦੀ ਜਿਹੜੀ ਛਾਂ ਕੀਤੀ, ਜਿਨ੍ਹਾਂ ਤੇ ਉਹ ਬਾਬਾ ਠਾਕੁਰ ਸਿੰਘ ਜੀ ਨੇ ਕੀਤੀ ਸੀ ਪਰਿਵਾਰਾਂ ਤੇ ਜਿਹੜੀ ਉਸ ਵੇਲੇ ਲੱਥੀ ਹੋਈ ਪੱਗ ਕੌਮ ਦੀ ਸਿਰ ਤੇ ਰੱਖੀ ਸੀ, ਉਹ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਨੇ ਰੱਖੀ ਸੀ। ਇਸ ਲਈ ਇਹਨਾਂ ਮਹਾਂਪੁਰਸ਼ਾਂ ਦਾ ਤੇ ਇਹਨਾਂ ਸ਼ਹੀਦਾਂ ਦਾ ਸੁਮੇਲ ਹੈ। ਪਰ ਭਾਈ ਸਤਵੰਤ ਸਿੰਘ, ਮੈਂ ਨਾਮ ਦੀ ਗੱਲ ਕਰ ਰਿਹਾ ਸੀ ਕਿ ਦੋਵਾਂ ਨੂੰ ਆਪਾਂ ਹਰ ਇੱਕ ਚੀਜ਼ ਵਿੱਚ ਧਰਮ ਨਾਲ ਹੋਣਾ ਬੜਾ ਜ਼ਰੂਰੀ ਹੈ। ਕਿ ਇੱਕ ਦਿਨ ਇੱਕ ਉਹਨਾਂ ਦੇ ਭਰਾ ਤੇ ਹੋਰ ਰਿਸ਼ਤੇਦਾਰ ਸ਼ਾਮ ਨੂੰ ਮੁਲਾਕਾਤ ਕਰਨ ਗਏ ਸੀ, ਤੇ ਮੁਲਾਕਾਤ ਦਾ ਟਾਈਮ ਤੇ ਮਿਲਦਾ ਵੈਸੇ ਘੱਟ ਸੀ, ਪਰ ਉਦਣ ਮਿਲ ਗਿਆ, ਪਰ ਸ਼ਾਮ ਹੋ ਗਈ। ਵੇਖੋ ਕਿਵੇਂ ਗੁਰੂ ਬਦਲ ਦਿੰਦਾ ਇੱਕਦਮ। ਕਿੱਥੇ ਭਾਈ ਸਤਵੰਤ ਸਿੰਘ ਜੀ ਭਲਵਾਨੀ ਕਰਦੇ ਸਨ, ਤੇ ਉਹਦੇ ਵਿੱਚ ਕੇਸਾਂ ਦੀ ਵੀ ਕਰਦੇ ਸਨ। ਤੁਹਾਨੂੰ ਪਤਾ ਹੈ, ਅੰਮ੍ਰਿਤ ਤੇ ਛਕਿਆ ਉਦੋਂ ਜਦੋਂ ਕਾਰਜ ਕਰਨਾ ਸੀ, ਪਰ ਅੰਮ੍ਰਿਤ ਛਕਣ ਤੋਂ ਬਾਅਦ ਰੰਗ ਲੱਗ ਗਿਆ ਸੀ ਨਾਮ ਦਾ। ਉਹ ਨਿਸ਼ਾਨੀ ਹੈ ਕਿ ਜਦੋਂ ਮੁਲਾਕਾਤ ਕਰ ਰਹੇ ਸਨ
ਤੇ ਗੁਰਦੁਆਰੇ ਦੇ ਨਾਲ ਗੁਰਦੁਆਰਾ ਸੀ, ਜੇਲ੍ਹ ਦੇ ਤਿਹਾੜ ਜੇਠ ਦੇ ਨਾਲ, ਉੱਥੋਂ ਆਵਾਜ਼ ਆਈ ਸ਼ਾਮ ਦੇ ਰਹਿ ਰਾਸ ਦੀ, ਤੇ ਭਾਈ ਸਤਵੰਤ ਸਿੰਘ ਉਹ ਜਿਹੜੇ ਮਿਲਣ ਆਏ ਸਨ ਉਹਨੂੰ ਫਤਿਹ ਬੁਲਾ ਕੇ ਕਹਿੰਦੇ, ਚੰਗਾ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਮੇਰੇ ਰਹਿ ਰਾਸ ਸਾਹਿਬ ਦਾ ਟਾਈਮ ਹੋ ਗਿਆ, ਮੈਂ ਅੰਦਰ ਚੱਲਾਂ, ਤੁਸੀਂ ਹੁਣ ਜਾਓ। ਇਹਦਾ ਮਤਲਬ ਇਹ ਕਿ ਇਹਦੇ ਅੰਦਰ ਸੰਤਤਾਈ ਸ਼ੁਰੂ ਹੋ ਚੁੱਕੀ ਸੀ। ਇਸ ਕਰਕੇ ਸਾਡੇ ਵਿੱਚ ਦੋ ਪਾਵਰਾਂ ਨੇ, ਇੱਕ ਸੰਤ ਦੀ ਪਾਵਰ, ਇੱਕ ਸ਼ਹੀਦ ਦੀ ਪਾਵਰ ਹੈ, ਇੱਕ ਪੰਥ ਦੀ ਪਾਵਰ, ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਰ ਹੈ। ਔਰ ਅੱਜ ਯਤਨ ਹੋ ਰਿਹਾ ਹੈ। ਵੈਸੇ ਜਿਨ੍ਹਾਂ ਨੇ ਯਤਨ ਕੀਤਾ ਉਹਨਾਂ ਦਾ ਕੀ ਹਸ਼ਰ ਹੋਇਆ ਪਹਿਲਾਂ, ਹੁਣ ਕੀ ਹੋਵੇਗਾ ਇਹ ਤੇ ਤੁਸੀਂ ਜਾਣਦੇ ਹੋ, ਪਰ ਸੁਚੇਤ ਹੋਣਾ ਸਾਡੇ ਵਾਸਤੇ ਬੜਾ ਜ਼ਰੂਰੀ ਹੈ। ਆਪਣੀ ਆਪਣੀ ਲਾਈਨ ਹੈ, ਤੁਸੀਂ ਕਿਹਦੇ ਵਿੱਚ ਜਾ ਰਹੇ ਹੋ। ਸੋ ਇਹ ਬੇਨਤੀ ਹੈ ਕਿ ਜੇ ਕੁਝ ਵੀ ਨਹੀਂ ਕਰਦੇ, ਦੋ ਕੰਮ ਜ਼ਰੂਰ ਕਰੋ। ਜੇ ਕੇਸ ਵੀ ਨਹੀਂ ਅਜੇ ਰੱਖੇ, ਬਾਹਰ ਬੜੀ ਸੰਗਤ ਫਿਰਦੀ ਹੈ, ਉਹਦੇ ਵਿੱਚ ਸਾਨੂੰ ਚਾਹੀਦਾ ਉਹਨਾਂ ਨੂੰ ਘੱਟੋ ਘੱਟ ਛੋਟੇ ਛੋਟੇ ਪੈਫਲੈਂਟ ਦੇਣੇ। ਦੋ ਕੰਮ ਜ਼ਰੂਰ ਕਰੋ, ਇੱਕ ਤਾਂ ਸਿਰ ਤੇ ਦਸਤਾਰ ਜ਼ਰੂਰ ਬੰਨੋ, ਇੱਕ 15 ਮਿੰਟ ਚੌਂਕੜਾ ਲਾ ਕੇ ਨਾਮ ਜ਼ਰੂਰ ਜਪੋ। ਕੇਸ ਆਪਣੇ ਆਪ ਰੱਖਣ ਨੂੰ ਤੁਹਾਡਾ ਜੀ ਕਰ ਪਏਗਾ, ਆਪਣੇ ਆਪ ਮਨ ਵਿੱਚ ਪਿਆਰ ਜਾਗੇਗਾ। ਸੋ ਸਿਮਰਨ ਜਿਹੜਾ ਕੀ ਹੈ ਨਾਮ ਦਾ, ਆਪਣੀ ਆਵਾਜ਼ ਦੇ ਵਿੱਚ ਧਿਆਨ ਲਾ ਕੇ ਸੁਣਨਾ। ਸੋ ਸਮਾਪਤੀ ਤੋਂ ਪਹਿਲਾਂ ਆਪਾਂ ਜੁੜੀਏ ਸਾਰੇ, ਚੌਂਕੜਾ ਲਾ ਕੇ ਸਾਵਧਾਨ ਹੋ ਕੇ ਨਾਮ ਦੇ ਵਿੱਚ ਜੁੜੋ। ਵਾਹਿਗੁਰੂ 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 ਸੋ ਸਾਧ ਸੰਗਤ ਜੀ, ਆਪ ਜੀ ਦਾ ਬਹੁਤ ਧੰਨਵਾਦ, ਗੁਰੂ ਸਾਹਿਬ ਦਾ ਸ਼ੁਕਰਾਨਾ। ਔਰ ਅਸਥਾਨ ਦੇ ਸੇਵਾਦਾਰ ਭਾਈ ਅਮਰਜੀਤ ਸਿੰਘ ਜੀ ਮਰਿਆਦਾ, ਜਿਹੜੇ ਸਮੇਂ-ਸਮੇਂ ਸਿਰ ਪੰਥ ਦੇ ਕਈ ਕਾਰਜਾਂ ਵਿੱਚ ਯੋਗਦਾਨ ਪਾਉਂਦੇ ਹਨ, ਬੜੀ ਚੜ੍ਹਦੀ ਕਲਾ ਵਿੱਚ ਸੇਵਾ ਕਰ ਰਹੇ ਹਨ। ਸੋ ਉਹਨਾਂ ਦਾ ਧੰਨਵਾਦ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਸ਼ੁਕਰਾਨਾ। ਆਓ ਹੋਰ ਗੁਰਮੁਖ ਪਿਆਰੇ ਭਾਈ ਬਲਦੇਵ ਸਿੰਘ ਜੀ, ਸਿੱਖ ਸਦਭਾਵਨਾ ਦਲ, ਉਹਨਾਂ ਨੇ ਜਿਹੜਾ ਬੋਲੇ ਸੋਹਣੇ